ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ ਜੀ। ਅੱਜ ਸੁਖਮਨੀ ਸਾਹਿਬ ਦੀ ਬਾਣੀ ਦੇ 9ਵੇਂ ਸਲੋਕ ਅਤੇ 9ਵੀਂ ਅਸਫੀ ਦੀ ਵਾਰੀ ਹੈ ਜੀ। ਗੌੜੀ ਸੁਖਮਨੀ ਮਹੱਲਾ 5ਵਾਂ ਸਲੋਕ। ਉਰਦਾਰੇ ਜੋ ਅੰਤਰ ਨਾਮ ਸਰਬ ਮੇ ਪੇਖੇ ਭਗਵਾਨ ਨਿਮਖ ਨਿਮਖ ਠਾਕਰ ਨਮਸਕਾਰੇ ਨਾਨਕੋ ਪਰਮੇਸ਼ਰ ਸਗਲ ਨਿਸਤਾਰੇ। ਉਰਦਾਰੇ ਜੋ ਅੰਤਰ ਨਾਮ ਸਰਬ ਮੇ ਪੇਖੇ ਭਗਵਾਨ ਨਿਮਖ ਨਿਮਖ ਠਾਕਰ ਨਮਸਕਾਰੇ ਨਾਨਕ ਓ ਅਪਰਸ ਸਗਲ ਨਿਸਤਾਰੇ। ਅਸ਼ਟਪਦੀ। ਮਿਥਿਆ ਨਾਹੀ ਰਸਨਾ ਪਰਸ ਮਨ ਮੇ ਪ੍ਰੀਤ ਨਿਰੰਜਨ ਦਰਸ ਪਰ ਤ੍ਰਿਆ ਰੂਪ ਨਾ ਪੇਖੇ ਨੇਤਰ ਸਾਧ ਕੀ ਟਹਿਲ ਸੰਗ ਸੰਗ ਹੇਤ ਕਰ ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਨੇ ਆਪਸ ਕਿਉ ਮੰਦਾ। ਗੁਰ ਪ੍ਰਸਾਦ ਬਿਖਿਆ ਪਰ ਹਰੇ ਮਨ ਕੀ ਵਾਸਨਾ ਮਨ ਤੇ ਟਰੇ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ। ਬੈਸਨੋ ਸੋ ਜਿਸ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਪਿਨ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈਸਨੋ ਕੋ ਨਿਰਮਲ ਧਰਮ। ਕਾਹੂ ਫਲ ਕੀ ਇੱਛਾ ਨਹੀਂ ਬਾਚੇ ਕੇਵਲ ਭਗਤ ਕੀਰਤਨ ਸੰਗ ਰਾਚੇ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ। ਆਪ ਦ੍ਰਿੜੇ ਅਵਰਾ ਨਾਮ ਜਪਾਵੇ ਨਾਨਕੋ ਬੈਸਨੋ ਪਰਮ ਗਤ ਪਾਵੇ। ਭਗਵਤੀ ਭਗਵੰਤ ਭਗਤ ਰੰਗ ਸਗਲ ਤਿਆਗੇ ਦੁਸ਼ਟ ਕਸੰਗ ਮਨ ਤੇ ਬਿਨਸੇ ਸਗਲਾ ਪਰਮ ਕਰ ਪੂਜੇ ਸਗਲ ਪਾਰ ਬ੍ਰਹਮ। ਸਾਧ ਸੰਗ ਪਾਪਾ ਮਲ ਖੋਵੇ ਤਿਸ ਭਗਵੰਤੀ ਕੀ ਮਤ ਉਤਮ ਹੋਵੇ। ਭਗਵੰਤ ਕੀ ਟਹਿਲ ਕਰੇ ਨਿਤ ਨੀਤ ਮਨ ਤਨ ਅਰਪੇ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਿਸਾਵੇ ਨਾਨਕ ਐਸਾ ਭਗਵੰਤੀ ਭਗਵੰਤ ਕੋ ਪਾਵੇ। ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਮਾਤਮ ਮੇ ਸੋਧੇ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ। ਹਰ ਕੀ ਕਥਾ ਹਿਰਦੈ ਬਸਾਵੇ ਸੋ ਪੰਡਤ ਫਿਰ ਜੋਨ ਨਾ ਆਵੇ। ਵੇਦ ਪੁਰਾਨ ਸਿਮਰਤ ਬੂਝੇ ਮੂਲ ਸੂਖਮ ਮੇ ਜਾਨੇ ਅਸਥੂਲ ਚੌਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਉਦੇਸ਼। ਬੀਜ ਮੰਤਰ ਸਰਬ ਕੋ ਗਿਆਨ ਚੌਵਰਨਾ ਮੇ ਜਪੇ ਕਿਉ ਨਾਮ ਜੋ ਜੋ ਜਪੇ ਤਿਸ ਇਸਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ। ਕਰ ਕਿਰਪਾ ਅੰਤਰ ਉਧਾਰੇ ਪਸੂ ਪ੍ਰੇਤ ਮੁਗਧ ਪਾਥਰ ਕੋ ਤਾਰੇ ਸਰਬ ਕਲਿਆਣ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ। ਕਾਹੂ ਜੁਗਤ ਕਿਨੇ ਨ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ। जिसके मन पार ब्रह्म का निवास तिसका नाम सत रामदास। आत्म राम तिस नदरी आया दास दसंतन पाए तिन पाया सदा निकट निकट हर जान सो दास दरगे परवान। अपने दास क्यों आप कृपा करे तिस दास क्यों सब सोझी परे सगल संग आत्म उदास ऐसी जुगत नानक रामदास। प्रभ की आज्ञा आत्म हितावे जीवन मुक्त सो कहावे तैसा हर्क तैसा सुसोग सदा आनंद तै नहीं ब्योग। तैसा सरवन तैसी उस माटी तैसा अमृत तैसी बिख खाटी तैसा मान तैसा अभिमान तैसा रंग तैसा रजान। जो वर्ताए साई जुगत नानक ओ पुरख कहिए जीवन मुक्त। पार ब्रह्म के सगले ठाऊं जित जित कर राखे तैसा तिन नाऊं। आपे करन ग्रामण जोग प्रभ पावे सोई फिन होग। पसर्यो आप होए अनंत रंग लखे न जाए पार ब्रह्म के रंग। जैसी मत दे तैसा प्रगास पार ब्रह्म करता अविनाश। सदा 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 दयाल सिमर सिमर नानक पै निहाल। सदा 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 दयाल सिमर सिमर नानक पै निहाल। उरतारे जो अंतर नाम सर्ब में पेखे भगवान निमख निमख ਠਾਕਰ ਨਮਸਕਾਰੇ ਨਾਨਕ ਉਹ ਅਪਰਸ ਸਗਲੇ ਸਿਤਾਰੇ। ਇਸ ਲੋਕ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਜੋ ਗੁਰਮੁਖ ਆਪਣੇ ਹਿਰਦੇ ਅੰਦਰ ਸਦਾ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਧਾਰੀ ਰੱਖਦੇ ਹਨ ਜੀ
ਅਤੇ ਸਾਰਿਆਂ ਜੀਵਾਂ ਵਿੱਚ ਪਰਮੇਸ਼ਰ ਨੂੰ ਵਿਆਪਕ ਵੇਖਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਛਿਣ ਛਿਣ ਭਾਵ ਹਰ ਸਮੇਂ ਪਰਮੇਸ਼ਰ ਦਾ ਉਹਨਾਂ ਨੂੰ ਨਮਸਕਾਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰੂ ਜੀ ਕਹਿੰਦੇ ਹਨ, ਉਹ ਗੁਰਮੁਖ ਵਾਸਤਵਿਕ ਰੂਪ ਵਿੱਚ ਅਪਰਸ ਭਾਵ ਨਿਰਲੇਪ ਹੈ ਜੀ, ਅਤੇ ਸਭ ਨੂੰ ਤਾਰਨ ਵਾਲਾ ਹੈ ਜੀ। ਅਸ਼ਟਪਦੀ ਦੇ ਵਿੱਚ ਗੁਰੂ ਜੀ ਕਹਿੰਦੇ ਹਨ, ਜਿਸ ਮਨੁੱਖ ਦੀ ਜ਼ੁਬਾਨ ਮਿੱਥਿਆ ਭਾਵ ਝੂਠੇ ਬਚਨਾਂ ਨੂੰ ਨਹੀਂ ਉਚਾਰਦੀ ਅਤੇ ਆਪਣੇ ਮਨ ਵਿੱਚ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਦਰਸ਼ਨਾਂ ਦੀ ਪ੍ਰੀਤ ਹੈ ਜੀ, ਅਤੇ ਜਿਸ ਦੀ ਅੱਖ ਗੈਰ ਇਸਤਰੀ ਦੇ ਰੂਪ ਨੂੰ ਵਿਸ਼ੇ ਭਾਵਨਾ ਨਾਲ ਨਹੀਂ ਵੇਖਦੇ ਜੀ, ਜੋ ਸਾਧ ਦੀ ਸੇਵਾ ਅਤੇ ਸਤ ਸੰਗ ਨਾਲ ਪ੍ਰੇਮ ਕਰਦੇ ਹਨ ਜੀ, ਅਤੇ ਜਿਨ੍ਹਾਂ ਦੇ ਕੰਨ ਕਿਸੇ ਦੀ ਨਿੰਦਿਆ ਨਹੀਂ ਸੁਣਦੇ ਜੀ, ਅਤੇ ਜੋ ਆਪਣੇ ਆਪ ਨੂੰ ਸਭ ਤੋਂ ਮਾੜਾ ਸਮਝਦੇ ਹਨ ਜੀ, ਅਤੇ ਜੋ ਗੁਰੂ ਦੇ ਗੁਰਸ਼ਬਦ ਗੁਰਬਾਣੀ ਨਾਮ ਅਤੇ ਕਿਰਪਾ ਦੁਆਰਾ ਵਿਸ਼ਿਆਂ ਵਿਕਾਰਾਂ ਨੂੰ ਦੂਰ ਕਰ ਲੈਂਦੇ ਹਨ ਜੀ, ਅਤੇ ਜਿਸ ਦੇ ਮਨ ਦੀ ਵਾਸਨਾ ਭਾਵ ਕਾਮ ਇੱਛਾ ਮਨ ਤੋਂ ਟਲ ਜਾਂਦੀ ਹੈ ਜੀ, ਭਾਵ ਜੋ ਇੰਦਰੀਆਂ ਨੂੰ ਜਿੱਤਣ ਵਾਲਾ ਹੈ ਜੀ, ਅਤੇ 5 ਦੋਸ਼ਾਂ ਭਾਵ ਵਿਕਾਰਾਂ ਤੋਂ ਰਹਿਤ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਐਸਾ ਗੁਰਮੁਖ ਕਰੋੜਾਂ ਵਿੱਚੋਂ ਕੋਈ ਵਿਰਲਾ ਇਹੋ ਜਿਹਾ ਅਪਰਸ ਪਾਰਸ ਵਰਗਾ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਅਸਲੀ ਵੈਸ਼ਨੋ ਭਾਵ ਵਿਸ਼ਨੂੰ ਭਾਵ ਭਗਵਾਨ ਵਿਸ਼ਨੂੰ ਦਾ ਉਪਾਸਕ ਹੈ ਜੀ, ਜਿਸ ਉੱਪਰ ਪਰਮੇਸ਼ਰ ਆਪ ਬਹੁਤ ਪ੍ਰਸੰਨ ਹੁੰਦਾ ਹੈ ਜੀ, ਅਤੇ ਪਰਮੇਸ਼ਰ ਦੀ ਮਾਇਆ ਤੋਂ ਅਲੱਗ ਸੰਗ ਹੈ ਜੀ, ਭਾਵ ਮਾਇਆਵੀ ਵਿਕਾਰਾਂ ਤੋਂ ਉਸਨੇ ਛੁਟਕਾਰਾ ਲੈ ਲਿਆ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਵੈਸ਼ਨੂੰ ਗੁਰਮੁਖ ਦਾ ਧਰਮ ਨਿਰਮਲ ਹੈ ਜੀ, ਜੋ ਕਰਮ ਕਰਕੇ ਕਾਮਨਾ ਤੋਂ ਰਹਿਤ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਕਿਸੇ ਫਲ ਦੀ ਇੱਛਾ ਨਹੀਂ ਰੱਖਦਾ ਜੀ, ਪਰ ਕੇਵਲ ਪਰਮੇਸ਼ਰ ਦੀ ਭਗਤੀ ਅਤੇ ਗੁਰਸ਼ਬਦ ਗੁਰਬਾਣੀ ਨਾਮ ਕੀਰਤਨ ਵਿੱਚ ਰਚਿਆ ਮਗਨ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸਦੇ ਮਨ ਅਤੇ ਤਨ ਵਿੱਚ ਪਰਮੇਸ਼ਰ ਗੋਪਾਲ ਦਾ ਗੁਰਸ਼ਬਦ ਗੁਰਬਾਣੀ ਨਾਮ ਦਾ ਸਿਮਰਨ ਹੈ ਜੀ, ਅਤੇ ਉਹ ਸਭ ਉੱਪਰ ਕਿਰਪਾਲੂ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ, ਜੋ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਆਪ ਦ੍ਰਿੜ ਕਰਦਾ ਹੈ ਜੀ, ਅਤੇ ਹੋਰਨਾਂ ਨੂੰ ਗੁਰਸ਼ਬਦ ਗੁਰਬਾਣੀ ਨਾਮ ਜਪਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਤਰ੍ਹਾਂ ਦਾ ਵੈਸ਼ਨੂੰ ਗੁਰਮੁਖ ਭਾਵ ਗੁਰਮੁਖ ਕੇਵਲ ਮੁਕਤੀ ਦੀ ਅਵਸਥਾ ਨੂੰ ਪ੍ਰਾਪਤ ਕਰਦਾ ਹੈ ਜੀ, ਭਾਵ ਉਹਨਾਂ ਦਾ ਜਨਮ ਮਰਨ ਦਾ ਚੱਕਰ ਨਹੀਂ ਪੈਂਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਸਲੀ ਭਗਉਤੀ ਭਾਵ ਭਗਵਾਨ ਦਾ ਉਪਾਸਕ ਪਰਮੇਸ਼ਰ ਦੇ ਉਪਾਸਕ ਉਹੀ ਹਨ ਜੀ, ਜਿਸ ਉੱਤੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਦੀ ਭਗਤੀ ਦਾ ਰੰਗ ਚੜਿਆ ਹੁੰਦਾ ਹੈ ਜੀ। ਉਹ ਸਾਰੇ ਦੁਸ਼ਟਾਂ ਭਾਵ ਵਿਕਾਰਾਂ ਮਾਇਆਵੀ ਵਿਕਾਰਾਂ ਦਾ ਸੰਗ ਭਾਵ ਛੱਡ ਦਿੰਦਾ ਹੈ ਜੀ। ਫਿਰ ਉਸਦੇ ਮਨ ਤੋਂ ਸਭ ਤਰ੍ਹਾਂ ਦਾ ਭਰਮ ਦੂਰ ਹੋ ਜਾਂਦਾ ਹੈ ਜੀ, ਅਤੇ ਉਹ ਸਭ ਵਿੱਚ ਪਾਰ ਪਰਮੇਸ਼ਰ ਨੂੰ ਭਰਪੂਰ ਮੰਨ ਕੇ ਪੂਜਦਾ ਹੈ ਜੀ, ਭਾਵ ਉਹ ਸਭ ਨੂੰ ਇੱਕੋ ਜਿਹਾ ਸਮਝਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਅਤੇ ਸਾਧ ਸੰਗਤ ਨਾਲ ਆਪਣੇ ਪਾਪਾਂ ਦੀ ਮੈਲ ਉਤਾਰ ਲੈਂਦੇ ਹਨ ਜੀ, ਧੋ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ
ਗੁਰਮੁਖ ਭਗਵਤੀ ਦੀ ਮੱਤ ਉੱਤਮ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਪਰਮੇਸ਼ਰ ਦੀ ਨਿਤ ਨਿਰੰਤਰ ਸੇਵਾ ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰਨਾ ਚਾਹੀਦਾ ਹੈ ਜੀ, ਅਤੇ ਆਪਣੇ ਮਨ ਅਤੇ ਤਨ ਨੂੰ ਪਰਮੇਸ਼ਰ ਦੇ ਅਰਪਿਤ ਕਰਨਾ ਚਾਹੀਦਾ ਹੈ ਜੀ। ਜੋ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ ਕਿ ਅਜਿਹੇ ਭਗਵਤੀ ਗੁਰਮੁਖ ਪਰਮੇਸ਼ਰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪ੍ਰਾਪਤ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਅਸਲੀ ਪੰਡਤ ਭਾਵ ਵਿਦਵਾਨ ਉਹੀ ਹਨ ਜੀ ਜੋ ਆਪਣੇ ਮਨ ਨੂੰ ਗੁਰਸ਼ਬਦ ਗੁਰਬਾਣੀ ਨਾਮ ਦਾ ਗਿਆਨ ਦਿੰਦੇ ਹਨ ਜੀ, ਅਤੇ ਪਰਮੇਸ਼ਰ ਰਾਮ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਆਪਣੇ ਅੰਦਰ ਖੋਜਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਪਰਮੇਸ਼ਰ ਰਾਮ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪੀ ਰਸ ਪੀਂਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖ ਪੰਡਤ ਦੇ ਉਪਦੇਸ਼ ਨਾਲ ਸਾਰਾ ਜਗਤ ਜਿਉਂਦਾ ਹੈ ਜੀ, ਭਾਵ ਉਹਨਾਂ ਤੋਂ ਸਾਰਾ ਜਗਤ ਸਿੱਖਿਆ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੀ ਗੁਰਬਾਣੀ ਦੀ ਕਥਾ ਹਿਰਦੇ ਵਿੱਚ ਵਸਾਉਂਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹ ਪੰਡਤ ਫਿਰ ਜੂਨਾਂ ਵਿੱਚ ਨਹੀਂ ਆਉਂਦਾ ਜੀ, ਭਾਵ ਆਵਾਗਮਨ ਦੇ ਗੇੜ ਤੋਂ ਬਚ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਪੰਡਤ ਚਾਰੇ ਵੇਦ 18 ਪੁਰਾਣ ਅਤੇ 27 ਸਿਮਰਤੀਆਂ ਦੀ ਵਾਸਤਵਿਕਤਾ ਨੂੰ ਸਮਝਦਾ ਹੈ ਜੀ, ਭਾਵ ਉਸ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਾਰੇ ਵੇਦਾਂ ਪੁਰਾਣਾਂ ਗੁਰਬਾਣੀ ਦੀ ਸਿਮਰਤੀਆਂ ਦੀ ਸਮਝ 'ਚ ਆ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਥੂਲ ਜਗਤ ਵਿੱਚ ਸੂਖਮ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਨੂੰ ਵਿਆਪਕ ਸਮਝਦਾ ਹੈ ਜੀ। ਉਹ ਚੌਹਾਂ ਵਰਨਾਂ ਨੂੰ ਭਾਵ ਬ੍ਰਾਹਮਣ ਖੱਤਰੀ ਸ਼ੂਦਰ ਵੈਸ ਹਰ ਜੀਵ ਨੂੰ ਉਪਦੇਸ਼ ਦਿੰਦਾ ਹੈ ਜੀ। ਉਹ ਇਹ ਵਿਤਕਰਾ ਨਹੀਂ ਕਰਦਾ ਕਿ ਇਹ ਛੋਟੀ ਜਾਤ ਦਾ ਹੈ ਤੇ ਇਹ ਵੱਡੀ ਜਾਤ ਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖ ਪੰਡਤਾਂ ਨੂੰ ਮੇਰਾ ਸਦਾ ਪ੍ਰਣਾਮ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਾਰਿਆਂ ਮੰਤਰਾਂ ਦਾ ਮੂਲ ਅਤੇ ਸਭ ਦਾ ਗਿਆਨ ਸਰੋਵਰ ਸੰਸਾਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਚੌਹਾਂ ਵਰਨਾਂ ਭਾਵ ਚੌਹਾਂ ਵਿੱਚੋਂ ਕੋਈ ਵੀ ਗੁਰਸ਼ਬਦ ਗੁਰਬਾਣੀ ਨਾਮ ਜਾਪ ਕਰ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਵਿਅਕਤੀ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਨੂੰ ਜਪਦਾ ਹੈ ਜੀ ਉਸ ਦੀ ਸਦਗਤ ਭਾਵ ਮੁਕਤੀ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕੋਈ ਵਿਰਲਾ ਗੁਰਮੁਖ ਸਾਧਕ ਹੀ ਗੁਰਸ਼ਬਦ ਗੁਰਬਾਣੀ ਸਾਧ ਸੰਗਤ ਦੁਆਰਾ ਅਤੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਪ੍ਰਾਪਤ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦਾ ਪਰਮੇਸ਼ਰ ਜਿਸ ਉੱਤੇ ਆਪਣੀ ਕਿਰਪਾ ਕਰਕੇ ਉਸ ਦੇ ਹਿਰਦੇ ਅੰਦਰ ਗੁਰਸ਼ਬਦ ਗੁਰਬਾਣੀ ਨਾਮ ਨੂੰ ਟਿਕਾ ਦਿੰਦਾ ਹੈ ਜੀ, ਭਾਵ ਵਸਾ ਦਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਸ਼ਬਦ ਗੁਰਬਾਣੀ ਨਾਮ ਪਸ਼ੂ ਪ੍ਰੇਤ ਮੂਰਖ ਪੱਥਰ ਦਿਲ ਕਿਉਂ ਨਾ ਹੋਵੇ, ਗੁਰਸ਼ਬਦ ਗੁਰਬਾਣੀ ਨਾਮ ਉਸ ਨੂੰ ਤਾਰ ਦਿੰਦਾ ਹੈ ਜੀ, ਭਾਵ ਕਿ ਜਿਹੜਾ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਦਾ ਹੈ ਜੀ, ਆਪਣੇ ਹਿਰਦੇ 'ਚ ਵਸਾਉਂਦਾ ਹੈ ਜੀ ਅਤੇ ਪਰਮਾਤਮਾ ਨਾਲ ਲੱਗਦਾ ਹੈ ਜੀ, ਗੁਰੂ ਜੀ ਕਹਿੰਦੇ ਹਨ ਉਹ ਭਾਵਾਂ ਉਹਦੀ ਬਿਰਤੀ ਪਸ਼ੂਆਂ ਵਰਗੀ ਹੋਵੇ, ਮੂਰਖਾਂ ਵਰਗੀ ਹੋਵੇ, ਪੱਥਰਾਂ ਵਰਗੀ ਹੋਵੇ, ਫਿਰ ਵੀ ਉਹਨਾਂ 'ਤੇ ਇਸ ਦਾ ਅਸਰ ਹੋ ਜਾਏਗਾ ਜੀ ਅਤੇ ਉਹਨਾਂ ਨੂੰ ਉਸ ਦੀ ਸੋਝੀ ਹੋ ਜਾਏਗੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਭ ਰੋਗਾਂ ਦੀ ਦਵਾਈ
ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਹੀ ਹੈ ਜੀ, ਅਤੇ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਲਿਆਣ ਸਰੂਪ ਅਤੇ ਮੰਗਲਕਾਰੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਕਿਸੇ ਧਰਮ ਜਾਂ ਜੁਗਤੀ ਰਾਹੀਂ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਪ੍ਰਾਪਤ ਨਹੀਂ ਹੁੰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਉਸ ਨੂੰ ਮਿਲਦਾ ਹੈ ਜੀ ਜਿਸ ਦੇ ਭਾਗਾਂ ਵਿੱਚ ਧੁਰੋਂ ਸ੍ਰੇਸ਼ਟ ਕਰਮਾਂ ਦਾ ਲੇਖ ਲਿਖਿਆ ਹੁੰਦਾ ਹੈ ਜੀ। ਜਿਸ ਗੁਰਮੁਖ ਸਾਧਕ ਦੇ ਮਨ ਵਿੱਚ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਦਾ ਨਿਵਾਸ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਸ ਦਾ ਨਾਮ ਸੱਚਮੁੱਚ ਰਾਮਦਾਸ ਹੈ ਜੀ, ਕਿਉਂਕਿ ਉਸ ਨੂੰ ਅੰਦਰ ਵਸਣ ਵਾਲਾ ਪਰਮੇਸ਼ਰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਨਜ਼ਰ ਆ ਗਿਆ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸਨੇ ਸਭ ਕੁਝ ਪਰਮੇਸ਼ਰ ਦੇ ਦਾਸਾਂ ਦੇ ਦਾਸ ਹੋਣ ਦੀ ਭਾਵਨਾ ਨਾਲ ਪ੍ਰਾਪਤ ਕੀਤਾ ਹੈ ਜੀ। ਭਾਵ ਸਾਰੇ ਮਾਇਆਵਾਈ ਵਿਕਾਰਾਂ ਨੂੰ ਖਤਮ ਕਰਕੇ ਨਿਮਾਣਾ ਹੋ ਕੇ ਨੀਵਾਂ ਹੋ ਕੇ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਆਪਣੇ ਸਾਰੇ ਔਗੁਣਾਂ ਨੂੰ ਖਤਮ ਕਰਕੇ ਪਰਮੇਸ਼ਰ ਨੂੰ ਆਪਣੇ ਅੰਦਰ ਹੀ ਪਹਿਚਾਨ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਹਮੇਸ਼ਾ ਨੇੜੇ ਤੋਂ ਨੇੜੇ ਸਮਝਦਾ ਹੈ ਜੀ, ਭਾਵ ਆਪਣੇ ਅੰਦਰ ਵਸਦਾ ਸਮਝਦਾ ਹੈ ਜੀ, ਉਹ ਗੁਰਮੁਖ ਦਾਸ ਈਸ਼ਵਰੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ ਜੀ। ਆਪਣੇ ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਆਪਣੇ ਜਿਸ ਦਾਸ ਉੱਤੇ ਆਪ ਕਿਰਪਾ ਕਰਦਾ ਹੈ ਜੀ, ਉਸ ਦਾਸ ਨੂੰ ਸ਼ੁਭ ਸਾਰੀ ਸੋਝੀ ਪ੍ਰਾਪਤ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸੋਝੀ ਪ੍ਰਾਪਤ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗ੍ਰਹਿਸਥ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਮਾਇਆ ਦੇ ਪਰਪੰਚ ਤੋਂ ਨਿਰਲੇਪ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਜਿਹੀ ਜੀਵਨ ਜੁਗਤ ਵਾਲਾ ਗੁਰਮੁਖ ਸਾਧਕ ਰਾਮਦਾਸ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਗੁਰਮੁਖ ਪਰਮੇਸ਼ਰ ਦੀ ਆਗਿਆ ਭਾਵ ਗੁਰਸ਼ਬਦ ਗੁਰਬਾਣੀ ਨਾਮ ਨੂੰ ਆਪਣੇ ਲਈ ਹਿਤਕਾਰੀ ਸਮਝਦੇ ਹਨ ਜੀ, ਉਹੀ ਜੀਵਨ ਮੁਕਤ ਅਖਵਾਉਣ ਵਾਲੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਲਈ ਜਿਹੋ ਜਿਹੀ ਖੁਸ਼ੀ ਹੈ ਉਹੋ ਜਿਹੀ ਗਮੀ ਹੈ, ਭਾਵ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਸ ਨੂੰ ਪਰਮੇਸ਼ਰ ਦੇ ਹੁਕਮ ਦੀ ਸਮਝ ਆ ਜਾਂਦੀ ਹੈ ਜੀ ਕਿ ਸੁੱਖ ਦੁੱਖ ਪਰਮੇਸ਼ਰ ਦਾ ਹੀ ਭਾਣਾ ਹੈ ਜੀ, ਉਸ ਦੀ ਦਿੱਤੀ ਦਾਤ ਹੈ ਜੀ। ਜੋ ਕੁਝ ਵੀ ਹੋ ਰਿਹਾ ਹੈ ਜੀ ਉਹ ਪਰਮੇਸ਼ਰ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਸਦਾ ਆਨੰਦ ਅਵਸਥਾ ਵਿੱਚ ਰਹਿੰਦਾ ਹੈ ਜੀ ਅਤੇ ਉਸਨੂੰ ਕਦੇ ਵਿਛੋੜਾ ਨਹੀਂ ਹੁੰਦਾ ਜੀ। ਇਸ ਲਈ ਜਿਹੋ ਜਿਹਾ ਸੋਨਾ ਹੈ ਜੀ ਉਸਨੂੰ ਜਿਹੋ ਜਿਹਾ ਸੋਨਾ ਲੱਗਦਾ ਹੈ ਜੀ ਉਹੋ ਜਿਹੀ ਮਿੱਟੀ ਲੱਗਦੀ ਹੈ ਜੀ, ਜਿਹੋ ਜਿਹਾ ਅੰਮ੍ਰਿਤ ਲੱਗਦਾ ਹੈ ਜੀ ਉਹੋ ਜਿਹੀ ਕੌੜੀ ਵਿੱਚ ਲੱਗਦੀ ਹੈ ਜੀ, ਜਿਹੋ ਜਿਹਾ ਉਸਨੂੰ ਮਾਣ ਲੱਗਦਾ ਹੈ ਜੀ ਉਹੋ ਜਿਹਾ ਹੀ ਉਸਨੂੰ ਅਪਮਾਨ ਲੱਗਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਹੋ ਜਿਹਾ ਗਰੀਬ ਹੈ ਉਹੋ ਜਿਹਾ ਉਸ ਵਾਸਤੇ ਰਾਜਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਦੇ ਹੁਕਮ ਵਿੱਚ ਸਭ ਕੁਛ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹੀ ਗੁਰਮੁਖ ਸਾਧਕ ਲਈ ਜੀਵਨ ਅਤੇ ਜੁਗਤ ਹੈ ਜੀ, ਕਿ ਵਾਹਿਗੁਰੂ ਨੇ ਜੋ ਕੀਤਾ ਹੈ ਉਸਦਾ ਹੀ ਹੁਕਮ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਜਿਸ ਸਥਾਨ ਭਾਵ ਜਿਸ ਜਿਸ ਜੂਨ ਵਿੱਚ ਪਰਮੇਸ਼ਰ ਰੱਖਦਾ ਹੈ ਜੀ ਉਹੋ ਜਿਹਾ ਹੀ ਉਸਦਾ ਨਾਮ ਪ੍ਰਚਲਿਤ ਹੋ ਜਾਂਦਾ ਹੈ ਜੀ। ਭਾਵ ਕੋਈ ਮਨੁੱਖ ਜੂਨੀ ਆਉਂਦਾ ਹੈ, ਕੋਈ ਕੁੱਤੇ ਬਿੱਲੇ ਦੀ, ਕੋਈ ਪੰਛੀਆਂ ਦੀ, ਕਰੋੜਾਂ ਜੂਨੀਆਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਲੱਖਾਂ ਜੂਨੀਆਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਪਰਮੇਸ਼ਰ ਆਪ ਹੀ ਕਰਨ ਅਤੇ ਕਰਾਉਣ ਦੇ ਯੋਗ ਹੈ ਜੀ। ਜੋ ਪਰਮੇਸ਼ਰ ਨੂੰ ਭਾਉਂਦਾ ਹੈ ਜੀ ਉਹੀ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਨੰਤ ਲਹਿਰਾਂ ਵਿੱਚ ਵੀ
ਪਰਮੇਸ਼ਰ ਆਪ ਹੀ ਪਸਰਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦਾ ਪਰਮੇਸ਼ਰ ਦੇ ਜੋਜ ਕੌਤਕ ਜਾਂ ਤਮਾਸ਼ੇ ਵੇਖੇ ਜਾਂ ਸਮਝੇ ਨਹੀਂ ਜਾ ਸਕਦੇ ਜੀ। ਭਾਵ ਇਹ ਪਰਮੇਸ਼ਰ ਸਾਰੀ ਸ੍ਰਿਸ਼ਟੀ ਵਿੱਚ ਜੋ ਵੀ ਕੁਝ ਹੋ ਰਿਹਾ ਹੈ ਜੀ, ਕੌਤਕ, ਔਰ ਜੋ ਵੀ ਸਾਡੇ ਨਾਲ ਤੁਹਾਡੇ ਨਾਲ ਸਾਰੀ ਸ੍ਰਿਸ਼ਟੀ 'ਚ ਹੋ ਰਿਹਾ ਹੈ ਜੀ, ਇਹ ਕੋਈ ਵੀ ਮਨੁੱਖ ਜਾਂ ਗੁਰਮੁਖ ਇਸ ਨੂੰ ਸਮਝ ਨਹੀਂ ਸਕਿਆ ਜੀ। ਇਹ ਸਮਝ ਤੋਂ ਬਾਹਰ ਹੈ ਜੀ। ਫਿਰ ਗੁਰੂ ਜੀ ਕਹਿੰਦਾ ਪਰਮੇਸ਼ਰ ਜਿਹੋ ਜਿਹੀ ਮੱਤ ਭਾਵ ਸਿੱਖਿਆ ਜੀਵਾਂ ਨੂੰ ਦਿੰਦਾ ਹੈ ਜੀ, ਉਹੋ ਜਿਹਾ ਜੀਵ ਗੁਰਮੁਖਾਂ ਵਿੱਚ ਗਿਆਨ ਪ੍ਰਕਾਸ਼ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਾਰ ਬ੍ਰਹਮ ਕਰਤਾ ਪੁਰਖ ਪਰਮੇਸ਼ਰ ਨਾਸ਼ ਤੋਂ ਰਹਿਤ ਹੈ ਜੀ ਅਤੇ ਸਦਾ 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 ਦਿਆਲ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਗੁਰਮੁਖ ਉਸ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰ ਕੇ ਨਿਹਾਲ ਸਿਮਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਨਿਹਾਲ ਹੋ ਜਾਂਦੇ ਹਨ ਜੀ। ਇਸ ਸ਼ਬਦ ਦਾ ਆਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਇਸ ਸਬਸਤੀ ਵਿੱਚ ਸਾਨੂੰ ਦੱਸਦੇ ਹਨ ਕਿ ਭੇਖਾਂ ਨੂੰ ਧਾਰਨ ਕਰਨ ਵਾਲਿਆਂ ਕੁਝ ਫਿਰਕਿਆਂ ਦੇ ਧਰਮਾਂ ਸਾਧਕਾਂ ਦੀ ਵਾਸਤਵਿਕਤਾ ਅਤੇ ਰੂਪ ਦੀ ਜਾਣਕਾਰੀ ਦਿੰਦੇ ਹਨ ਜੀ। ਇਹਨਾਂ ਸਾਧਕਾਂ ਦੇ ਨਾਂ ਹਨ ਅਪਰਸ, ਵੈਸ਼ਨੋ। ਅਗੇਨ ਗੁਰੂ ਜੀ ਕਹਿੰਦੇ ਹਨ ਕਿ ਉਹਨਾਂ ਗੁਰਮੁਖਾਂ ਦੇ ਨਾਂ ਕੁਝ ਵੀ ਹੋ ਸਕਦੇ ਹਨ, ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਕਿਹਾ ਅਪਰਸ, ਵੈਸ਼ਨੋ, ਭਗਵਤੀ, ਪੰਡਤ, ਰਾਮਦਾਸ। ਇਸ ਤੋਂ ਬਾਅਦ ਜੀਵਨ ਮੁਕਤ ਗੁਰਮੁਖਾਂ ਦਾ ਰੂਪ ਸਪਸ਼ਟ ਕੀਤਾ ਹੈ ਜੀ, ਜੋ ਸਮਦਰਸ਼ੀ ਹੈ ਜੀ। ਦੁੱਖ ਸੁੱਖ ਸੋਨੇ ਮਿੱਟੀ ਆਦਿ ਨੂੰ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਬਾਹਰਲੇ ਪ੍ਰਪੰਚਾਂ ਨੂੰ ਖਤਮ ਕਰਕੇ ਪਰਮੇਸ਼ਰ ਨਾਲ ਲਿਵ ਲਗਾ ਕੇ ਇੱਕ ਸਮਾਨ ਸਮਝ ਕੇ ਨਿਰਮੋਹੀ ਬਣਿਆ ਰਹਿੰਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।